सतनाम श्री वाहिगुरु जी। तेरे गुण बहुते मैं एक न जानिया, मैं मूर्ख किस दीजै। धनवत नानक सुन मेरे साहिबा, डुबदा पत्थर लीजै। निर्जर निरूप हो के सुंदर स्वरूप हो, के भूपन के भूप हो के दाता महादान हो। प्राण के बचैया दूध पूत के दवैया, रोग सोग के मिटैया किदों मानी महामान हो। विद्या के विचार हो के अद्वय अवतार हो, के सिद्धता की सूरत हो के शुद्धता की शान हो। जोबन के जाल हो के काल हो के काल हो, के सतरन के सूल हो, के मित्रन के प्राण हो। ज्यों बुलाव है त्यों बुल है स्वामी, कुदरत कवन हमारी। साध संग नानक जस गायो, जो प्रभु की अत प्यारी। ऐसे गुर को बल बल जाइए, आप मुक्त मोहि तारे जी। ऐसे गुर को बल बल जाइए, आप मुक्त मोहि तारे जी। ऐसे गुर को बल बल जाइए, आप मुक्त मोहि तारे। ऐसे गुर को बल बल जाइए, आप मुक्त मोहि तारे। ऐसे गुर को ऐसे गुर को बल बल आप मुक्त मोहि तारे जी। आप मुक्त मोहि तारे, आप मुक्त मोहि तारे। मुक्त मोहि तारे, आप मुक्त मोहि तारे। ऐसे गुर को बल बल जाइए, आप मुक्त मोहि तारे। ऐसे गुर को बल बल जाइए, आप मुक्त मोहि तारे। ऐसे गुर को ऐसे गुर को बल बल जाइए।
हर पत नमस्कार। ऐसे गुर को बल बल जाइए, आप मुक्त मोहे तारै। कवन 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 गुण कहिए, अंत नहीं किस पारै। लाख 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 कई कोरै, को है सो विचारै। बिस्म 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 ही भई है, लाल गुलाल रंगारै। कहो नानक संतन रस आई है। गुरु का खास रूप गुरु खालसा सत्संग जी। दूरों नेड़ियों चल के सतगुरां दे पावन पवित्र दरबार दीयां हाजरियां भर के काफ़ी समय तो गुरमुख प्यारिਆਂ ਤੋਂ गुरु प्यारिਆਂ ਤੋਂ गुरु ਸਵਾਰਿਆਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਜਿਵੇਂ ਸਾਡੇ ਤੋਂ ਪਹਿਲਾਂ ਬਾਬਾ ਗੁਰਜੀਤ ਸਿੰਘ ਜੀ ਹਰੀਗੜ੍ਹ ਵਾਲੇ, ਉਹਨਾਂ ਨੇ ਸੰਗਤਾਂ ਨਿਹਾਲ ਕੀਤਾ। ਥੋੜਾ ਸਮਾਂ ਬਾਕੀ ਰਹਿ ਗਿਆ। ਅਸੀਂ ਇੱਥੇ ਨੇੜੇ ਹੀ ਸੀ। ਬਾਬਾ ਨਾਮਦੇਵ ਸਿੰਘ ਜੀ ਨੇ ਟਾਈਮ ਦਿੱਤਾ ਹੋਇਆ ਸੀ ਸੰਗਤ ਨੂੰ। ਸਾਨੂੰ ਪਤਾ ਲੱਗਿਆ ਉਂਝ ਅਸੀਂ ਲੇਟ ਘੱਟ ਹੀ ਹੁੰਦੇ ਹਾਂ। ਇਹ ਹੰਕਾਰ ਵੀ ਨਹੀਂ ਹੈ, ਹੁਕਮ ਹੈ ਸਾਨੂੰ ਮਹਾਂਪੁਰਸ਼ਾਂ ਦਾ ਕਿ ਸੰਗਤ ਵੱਡੀ ਹੈ, ਗੁਰੂ ਵੱਡਾ ਹੈ। ਕੋਈ ਕਾਰਨ ਹੋ ਜਾਏ ਤਾਂ ਕਿਹਾ ਨਹੀਂ ਜਾ ਸਕਦਾ। ਪਰ ਅਸੀਂ ਫਿਰ ਵਿਸਲੇ ਹੋ ਗਏ ਕਿ ਚਲੋ ਮਹਾਂਪੁਰਸ਼ ਸੰਗਤਾਂ ਨਿਹਾਲ ਕਰ ਹੀ ਰਹੇ ਨੇ, ਅਸੀਂ ਜਾਣਾ, ਉਹਨਾਂ ਨੇ ਹਟ ਜਾਣਾ। ਰਹਿੰਦਾ ਸਮਾਂ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਹਰੀ ਜਸ ਕੀਰਤਨ ਵਿਚਾਰਾਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲਿਆਂ ਕਰਨਾ ਹੈ। ਸੰਗਤ ਵਿੱਚ ਤਾਂ ਕੋਈ ਆਵਾਜ਼ ਨਹੀਂ ਆ ਰਹੀ ਤੇ ਲੰਗਰ ਵੱਲ ਅਜੇ ਰੌਲਾ ਜਿਹਾ ਪੈ ਰਿਹਾ। ਆ ਘੰਟਾ ਕੋ ਹੋਰ ਪਾ ਲਓ, ਫਿਰ ਤੁਹਾਨੂੰ ਕੋਈ ਨਹੀਂ ਕਹਿੰਦਾ ਚੁੱਪ ਕਰੋ। ਕਈ ਸੇਵਾ ਘੱਟ ਕਰਦੇ ਨੇ, ਰੌਲਾ ਤਾਂ ਪਾਉਂਦੇ ਨੇ ਵੀ ਪਤਾ ਲੱਗ ਜਾਏ ਸੇਵਾ ਕਰ ਰਿਹਾ, ਵੀ ਹੌਲੀ ਬੋਲ ਕੇ ਵੀ ਸੇਵਾ ਹੋ ਜਾਂਦੀ ਹੈ। ਜਿੱਥੇ ਪਦਾਰਥ ਹੋਣਗੇ ਉੱਥੇ ਰੌਲਾ ਤਾਂ ਪਊਗਾ ਹੀ ਸਾਧ ਸੰਗਤ ਜੀ। ਦੁਨੀਆ ਵਿੱਚ ਕੋਈ ਰੌਲਾ ਨਹੀਂ ਹੈ, ਜੇ ਹੈ ਤਾਂ ਪਦਾਰਥਾਂ ਦਾ ਹੀ ਰੌਲਾ ਹੈ ਬਸ। ਜਿੱਥੇ ਜ਼ਿਆਦਾ ਪਦਾਰਥ ਹੋਣਗੇ ਉੱਥੇ ਰੌਲਾ ਵੀ ਜ਼ਿਆਦਾ ਹੋਵੇਗਾ। ਦੱਤਾਤਰੇय ਦਰਖਤ ਹੇਠ ਬੈਠਾ, ਇੱਕ ਗਿਰਜ ਦੇ ਮੂੰਹ 'ਚ ਬੋਟੀ ਹੈ ਮਾਸ ਦੀ। ਬਹੁਤ ਗਿਰਜਾਂ ਉਹਦੇ ਮਗਰ ਲੱਗੀਆਂ ਹੋਈਆਂ, ਇਹਨਾਂ ਨੂੰ ਟੇਕ ਕੇ ਨਹੀਂ ਬਹਿਣ ਦਿੰਦੀਆਂ। ਉਹ ਗਿਰਜ ਨੇ ਬੋਟੀ ਸਿੱਟ ਦਿੱਤੀ, ਦੂਜੀਆਂ ਗਿਰਜਾਂ ਨੇ ਉਹਦਾ ਪਿੱਛਾ ਛੱਡਤਾ, ਉਹ ਆਰਾਮ ਨਾਲ ਬਹਿ ਗਈ ਪਰਾਂ ਜਾ ਕੇ। ਦੱਤਾਤਰੇय ਕਹਿੰਦਾ ਝਗੜਾ ਹੀ ਪਦਾਰਥ ਦਾ ਦੁਨੀਆ 'ਚ, ਹੋਰ ਕੋਈ ਝਗੜਾ ਨਹੀਂ ਹੈ। ਜਿਹਦੇ ਕੋਲ ਹੈ ਨਹੀਂ ਉਹਨੂੰ ਦੇ ਨਹੀਂ ਸਕਦੇ, ਜਿਹਦੇ ਕੋਲ ਹੈ ਉਹਦਾ ਦੇਖ ਨਹੀਂ ਸਕਦੇ। ਬਸ ਆਹੀ ਬਿਮਾਰੀ ਆ ਹੁਣ। ਆਪਣਾ ਕੋਈ ਦੁੱਖ ਨਹੀਂ ਹੈ।
ਜਿਹਦੇ ਕੋਲ ਨਹੀਂ ਹੈ ਉਹਨੂੰ ਦੇ ਵੀ ਨਹੀਂ ਸਕਦੇ ਵੀ ਚੱਲ ਇਹ ਸਾਡਾ ਰਿਸ਼ਤੇਦਾਰ ਗਰੀਬ ਹੈ, ਇਹਦੀ ਮਦਦ ਕਰੀਏ ਆਪਾਂ। ਜਿਹਦੇ ਕੋਲ ਹੈ ਉਹਦਾ ਦੇਖ ਨਹੀਂ ਸਕਦੇ। ਇਹੀ ਦੁੱਖ ਹੈ, ਹੁਣ ਹੋਰ ਦੁੱਖ ਨਹੀਂ ਹੈ ਆਪਾਂ ਨੂੰ। ਆਪਣੇ ਦੁੱਖ ਨਹੀਂ, ਦੂਜਿਆਂ ਦੇ ਦੁੱਖ ਜ਼ਿਆਦੇ ਨੇ। ਇਸ ਕਰਕੇ ਥੋੜ੍ਹਾ ਜਿਹਾ ਸੰਕੋਚ ਕਰਿਓ, ਬੋਲਣਾ ਤਾਂ ਪਏਗਾ ਲਾਂਗਰੀਆਂ ਨੂੰ। ਹੌਲੀ ਬੋਲੋ ਮਾੜਾ ਜਿਹਾ, ਕਿਉਂਕਿ ਦੋਵਾਂ ਪਾਸੇ ਰੌਲਾ ਪਏਗਾ, ਫਿਰ ਟਿਕਾ ਨਹੀਂ ਆਉਣਾ ਹੈ। ਜਿੰਨੀ ਸੰਗਤ ਗੁਰ ਚਰਨਾਂ ਵਿੱਚ ਸਜੀ ਬੈਠੀ ਹੈ, ਜਾਂ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣ ਵਾਸਤੇ ਆ ਰਹੀ ਹੈ, ਸਾਰੇ ਆਪਣੀ ਰਸਨਾ ਪਵਿੱਤਰ ਕਰੋ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਦੀ ਮਿਹਰ ਸਦਕਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਹਿਨਮਾਈ ਹੇਠ ਬਾਬਾ ਨਾਮਦੇਵ ਸਿੰਘ ਜੀ ਨੇ ਹਰੇਕ ਸਾਲ ਦੀ ਤਰ੍ਹਾਂ ਇਹ ਉਦਮ ਉਪਰਾਲਾ ਕੀਤਾ ਹੈ। 5 ਦਿਨਾਂ ਦਾ ਇਹ ਦੀਵਾਨਾਂ ਦਾ ਪ੍ਰੋਗਰਾਮ ਰੱਖਿਆ ਸੀ। ਅੱਜ 5ਵਾਂ ਦੀਵਾਨ, ਭਾਵ ਕਿ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਭਾਵੇਂ ਕੱਲ੍ਹ ਦੀਵਾਨ ਸ਼ੁਰੂ ਹੋ ਗਏ ਦਾਤਾ ਸਿੰਘ ਵਾਲਾ ਤੇ ਗੜੀ ਨਗਰ, ਇਹਨਾਂ ਦੇ ਸਾਂਝੇ ਦੀਵਾਨ ਹੁੰਦੇ ਆ ਮੰਡੀ 'ਚ। ਕੱਲ੍ਹ ਉੱਥੇ ਪਹਿਲਾ ਦੀਵਾਨ ਸੀ, ਉੱਥੇ ਵੀ 5 ਦੀਵਾਨ। ਰਾਤ ਦੇ ਦੀਵਾਨ ਚੱਲਦੇ ਆ ਮਲੋਹ ਸ਼ਹਿਰ ਦੇ ਵਿੱਚ। ਤਕਰੀਬਨ ਇਹ ਸਾਰੇ ਦੀਵਾਨ ਡਬਲ ਹੁੰਦੇ ਆ ਦਿਨ ਰਾਤ ਦੇ। ਕੱਲ ਗਾਜੀਪੁਰ ਅੰਮ੍ਰਿਤ ਛਕਾਇਆ ਗਿਆ ਸੀ, ਅੱਜ ਇੱਥੇ ਅੰਮ੍ਰਿਤ ਛਕਾਇਆ ਗਿਆ। 8 ਤਰੀਕ ਨੂੰ ਗੜੀ ਨਗਰ ਅੰਮ੍ਰਿਤ ਛਕਾਇਆ ਜਾਏਗਾ। ਹਰ ਦੂਜੇ ਜਾਂ ਤੀਜੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਰਹਿੰਦਾ ਹੈ। ਜੋ ਸੰਤ ਮਾਰ ਦੀ ਪ੍ਰਪਾਟੀ ਚਲਾਈ ਹੋਈ ਹੈ, ਕਥਾ ਕੀਰਤਨ ਕਰਨਾ ਤੇ ਅੰਮ੍ਰਿਤ ਛਕਾਉਣਾ। ਹੋਰ ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ ਹੈ। ਭਾਵੇਂ ਇੱਥੇ ਲੰਗਰ ਦਿਨ ਰਾਤ ਚੱਲਦਾ ਰਹਿੰਦਾ ਹੈ। ਨੇਰੇ ਸਵੇਰੇ ਜਿਹੜੀ ਸੰਗਤ ਇੱਥੇ ਪੜਾਅ ਕਰਦੀ ਹੈ, ਲੰਗਰ ਛਕਦੀ ਹੈ, ਪਰ ਇਹਨਾਂ ਦੀਵਾਨਾਂ ਕਰਕੇ ਵਿਸ਼ੇਸ਼ ਪ੍ਰਬੰਧ ਕਰਿਆ ਗਿਆ। 5 ਦਿਨ ਕਥਾ ਕੀਰਤਨ ਦਾ ਪ੍ਰਵਾਹ, ਗੁਰੂ ਕੇ ਲੰਗਰਾਂ ਦਾ ਪ੍ਰਵਾਹ। ਸੰਗਤਾਂ ਨੇ ਦੂਰੋਂ ਦੂਰੋਂ ਆ ਕੇ ਲਾਹੇ ਲਏ। ਬਹੁਤ ਸਾਰੀ ਅੱਜ ਸੰਗਤ ਖੰਡੇ ਵੱਟ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ ਚੜ੍ਹੀ ਹੈ। ਅੱਜ ਉਹ ਗੁਰੂ ਦੇ ਹੋ ਗਏ ਨੇ, ਗੁਰੂ ਅੱਜ ਉਹਨਾਂ ਦਾ ਹੋਇਆ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਅੱਜ ਜਿਹੜੇ ਗੁਰੂ ਦੇ ਹੋ ਗਏ ਨੇ, ਗੁਰੂ ਅੱਜ ਉਹਨਾਂ ਦਾ ਹੋ ਗਿਆ। ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਨੇ ਅੱਜ ਅੰਮ੍ਰਿਤ ਪਾਨ ਕੀਤਾ ਹੈ। ਜਿਹੜੇ ਕਿਸੇ ਕਾਰਨ ਤੋਂ ਰਹਿ ਗਏ, ਲੇਟ ਹੋ ਗਏ ਜਾਂ ਤਿਆਰੀ ਨਹੀਂ ਕਰ ਸਕੇ, ਉਹਨਾਂ ਨੂੰ ਬੇਨਤੀ ਹੈ ਜਿੱਥੇ ਅੰਮ੍ਰਿਤ ਤਿਆਰ ਹੋਵੇ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਣਾ ਹੈ। ਅੰਮ੍ਰਿਤ ਗੁਰੂ ਦਾ, ਕਿਸੇ ਦਾ ਅੰਮ੍ਰਿਤ ਨਹੀਂ ਹੈ। ਜਿਹੜੇ ਛਕਾਉਂਦੇ ਨੇ ਉਹ ਸਤਿਕਾਰਯੋਗ ਨੇ, ਪਰ ਅੰਮ੍ਰਿਤ ਉੱਤੇ ਕਿਸੇ ਦਾ ਦਾਵਾ ਨਹੀਂ। ਉਹਦਾ ਅੰਮ੍ਰਿਤ, ਇਹਦਾ ਅੰਮ੍ਰਿਤ,
इत्थों अमर छकिया मैं उत्थों छकिया होया। नानक अमृत एक है दूजा अमृत ना है। अमृत पिया सतगुरु दिया अवर ना जाना दुआ तिया। आ दुआ तिया जा विच नहीं लियाउणा मैं ओहदा अमर छकिया मैं इत्थों अमर छकिया। आपां गुरु दा अमर छकना है। अमृत गुरु दा ही है। जिथे भी मौका मिले अमर छक के गुरु वाले बन जाओ। नगुरे नहीं रहना चाहिए। अपनी विचार आपां पहले दीवान तो शुरू की नौधा भगती। 9 भगतियां बाणी च महाराज ने दसिया ने सरवण सिमरन कीर्तन पाद सेव अरचान दासा सखपन बंदना आत्म निवेदन जान। ये 9 भगतियां ने। सब तो पहली है सरवण भगती सुनना। जिन्हां ने परमात्मा दा जस सुनिया बाणी सुनी है उन्हां नूं वड्डे वड्डे मरातबे प्राप्त होए। सुनिया सिद्ध पीर सुरनाथ सब सुन के होए ने। सुनिया धरत तवल आकाश इन्हां दी सोझी भी सुन के ही पई है जिन्हों पई। जिन्हां ने सुनिया परमात्मा दा जस बाणी सुनी। मारने थे दुख पाप का नाश नहीं लिखिया दुख पाप का नाश है। दुख तो एक हुंदा ना। दुख जिन्ने भी दुख ने वैसे 3 तरह दे ने आद ब्याद उपाद। जिन्हों तीने ताप भी आख्या बाणी च। ते 3 तरह के रोग ने शरीर दियां बीमारियां मन दियां बीमारियां ते कलेश लड़ाइयां झगड़े। इन्हां विच सारे दुख आ जांदे ने। पहला तो शरीर करके कोई तंदुरुस्त नहीं है। हवा विच बीमारियां ने पानी दे विच बीमारियां। आ महापुरुष खड़े आ भाई लैन दे विच संत बाबा बलवीर सिंह जी। प्रबंधकां नूं नहीं पता है। सत्कारयोग संत बाबा बलवीर सिंह जी कार सेवा वाले वो भी संगतां दे प्रेम सदका पहुंचे। धन्नवाद महापुरुषों का। बड़ियां वड्डियां जिन्हां दियां जिम्मेवारियां बड़े वड्डे वड्डे कारज गुरु घर दे इन्हां ने हर वेले यतनशील रहिंदे। शरीर दियां बीमारियां करके कोई नहीं मिलेगा तंदुरुस्त। जे कोई शरीर करके तंदुरुस्त है मन करके सारा संसार रोगी है। संसार रोगी नाम दारू मैल लागे सच बिना। मन करके सारा संसार रोगी। जो जो दिसै सो सो रोगी। रोग रहत मेरा सतगुर जोगी। शरीर दियां बीमारियां फिर मन दियां बीमारियां तीजा कलेश। घर घर च कलेश है। प्यो दा पुत नाल है, सस दा नूह नाल है, गुआंढी दा गुआंढी नाल है, देशां दा देशां नाल। ये 3 रोग ने जिहड़े जिन्हां विच सारे रोग आ जांदे ने। महाराज कहंदे जे कुछ सुन लवे वो दुखां जिन्ने भी दुख ने क्योंकि दुख लगदे ने पापां करके।
ਜੇ ਬੀਜ ਬੀਜਾਂਗੇ ਤਾਂ ਬੂਟਾ ਉੱਗੇਗਾ, ਜੇ ਬੀਜ ਨਹੀਂ ਹੈ ਤਾਂ ਉੱਗ ਕਿੱਥੋਂ ਪਊਗਾ ਉਹ। ਦੁੱਖ ਤਾਂ ਲੱਗਦੇ ਨੇ ਜੇ ਆਪਾਂ ਪਾਪ ਕਰੀਏ। ਹੁਣ ਜਿਹਨੂੰ ਮਰਜ਼ੀ ਪੁੱਛ ਲਓ, ਕਹਿੰਦੇ ਇਹ ਤਾਂ ਸਾਨੂੰ ਪਤਾ ਹੀ ਹੈ, ਪੁੰਨ ਦਾ ਫਲ ਸੁੱਖ ਹੁੰਦਾ, ਪਾਪ ਦਾ ਦੁੱਖ ਹੁੰਦਾ। ਆਪਾਂ ਗਿਆਨੀ ਨਹੀਂ ਪੈਦਾ ਕਰੇ ਰੱਬ ਨੇ, ਹੈ ਤਾਂ ਆਪਾਂ ਸਾਰੇ ਗਿਆਨੀ ਆ, ਗਿਆਨਵਾਨ ਆ। ਕਿਉਂਕਿ ਜਿਹੜਾ ਸਾਰਿਆਂ ਨੂੰ ਗਿਆਨ ਦੇਣ ਵਾਲਾ ਅਕਾਲ ਪੁਰਖ, ਅਸੀਂ ਉਹਦੇ ਪੁੱਤਰ ਆ। ਆਤਮਾ ਪਰਮਾਤਮਾ ਦੀ ਅੰਸ਼ ਹੈ। ਕਹਿਤ ਕਬੀਰੇ ਰਾਮ ਕੀ ਅੰਸ਼। ਜੇ ਰੱਬ ਦਾ ਪੁੱਤਰ ਹੈ ਫਿਰ ਅਗਿਆਨੀ ਕਿਵੇਂ ਹੋਇਆ? ਇਹ ਅਗਿਆਨੀ ਨਹੀਂ ਹੈ ਤਾਂ ਗਿਆਨਵਾਨ ਹੈ, ਪਰ ਇਹਨੇ ਜਦ ਦਾ ਜਨਮ ਲਿਆ ਗਿਆਨ ਵਰਤੇ ਨਹੀਂ, ਅਗਿਆਨ ਪਰਪੱਕ ਕਰ ਲਿਆ। ਜਿਹਨੂੰ ਬਾਰ-ਬਾਰ ਆਪਾਂ ਵਰਤੀਏ, ਬਾਰ-ਬਾਰ ਆਪਣੇ ਜੀਵਨ 'ਚ ਲਿਆਈਏ, ਬਾਰ-ਬਾਰ ਆਪਣੀ ਜ਼ਬਾਨ ਤੋਂ ਕਹੀ, ਉਹ ਪਰਪੱਕ ਹੋ ਜਾਂਦਾ ਹੈ। ਜਿਵੇਂ ਇੱਕ ਵਾਰੀ ਝੂਠ ਬੋਲੇਗਾ, 2 ਵਾਰੀ, 5-7 ਵਾਰੀ, ਫਿਰ ਆਪਾਂ ਕਹਿੰਦੇ ਇਹਦੀ ਤਾਂ ਆਦਤ ਹੈ ਝੂਠ ਬੋਲਣ ਦੀ। ਇੱਕ ਪਹਿਲਾਂ ਛੋਟੀ ਚੋਰੀ ਕਰੇਗਾ, ਫਿਰ ਹੌਲੀ ਹੌਲੀ ਵੱਡੀ ਕਰੇਗਾ, ਫਿਰ ਉਹਦੀ ਆਦਤ ਬਣ ਜਾਏਗੀ ਚੋਰੀ ਕਰਨ ਦੀ। ਕਟਾਪਾ ਕਰੀ ਜੋ, ਪੁੱਠੇ ਟੰਗੇ ਰਹਿਣਗੇ, ਫਿਰ ਵੀ ਕਹਿੰਦੇ ਅੱਜ ਤੋਂ ਨਹੀਂ ਕਰਾਂਗੇ, ਬਾਹਰ ਨਿਕਲਣ ਸਾਰ ਫਿਰ। ਐਸੇ ਤਰ੍ਹਾਂ ਹੀ ਗਿਆਨ ਪਰਪੱਕ ਕਰਨਾ ਪਏਗਾ ਤੈਨੂੰ, ਜਿਵੇਂ ਅਗਿਆਨ ਪਰਪੱਕ ਕਰਿਆ ਹੈ। ਆ ਜਿਹੜਾ ਵਾਹਿਗੁਰੂ 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 ਕਰਨਾ, ਇਹਦਾ ਭਾਵ ਹੈ ਅਗਿਆਨ ਭੁਲਾਉਣਾ ਤੇ ਗਿਆਨ ਪਰਪੱਕ ਕਰਨਾ। ਆਪਾਂ ਕਹਿੰਦੇ ਸਾਧਨਾ ਕਰੋ, ਜਪ ਤਪ ਕਰੋ। ਕਿਉਂ ਕਰਨਾ ਪੈਂਦਾ? ਜਿਹੜਾ ਆਪਾਂ ਨੂੰ ਅਗਿਆਨ ਪਰਪੱਕ ਹੋਇਆ ਨਾ, ਇਹ ਗਿਆਨ ਵੀ ਐਸੇ ਪਰਪੱਕ ਕਰਨਾ ਪਊਗਾ। ਜਦ ਗਿਆਨ ਕਰਾਉਂਦਾ ਨਾ ਗੁਰੂ, ਉਹਨੂੰ ਕਹਿੰਦੇ ਨਿਸ਼ਚੈ ਕਰ, ਵਿਸ਼ਵਾਸ ਕਰ, ਤੂੰ 5 ਤੱਤਾਂ ਦੀ ਦੇਹ ਨਹੀਂ ਹੈ। ਹੁਣ ਆਪਾਂ ਕਹਿੰਦੇ ਮੈਂ ਹੈ ਹੀ ਸਰੀਰ ਹਾਂ, ਇਹੀ ਹੈ ਗਿਆਨ। ਬਸ ਪਰਾਂ ਕਰ ਦਈਏ ਫਿਰ ਕੀ ਬਚਦਾ ਹੈ? ਗਿਆਨ। ਗਿਆਨ ਹੈ ਪਰ ਵਰਤਿਆ ਨਹੀਂ ਹੈ। ਸੰਗਤ 'ਚ ਕਿਉਂ ਆਈਦਾ? ਇੱਥੇ ਗਿਆਨ 'ਚ ਵਾਧਾ ਹੁੰਦਾ ਹੈ। ਅਗਿਆਨ ਘਟਦਾ ਤੇ ਗਿਆਨ ਵੱਧਦਾ ਹੈ। ਅਗਿਆਨੀ ਕਦੇ ਸੁਖੀ ਨਹੀਂ ਹੁੰਦਾ ਤੇ ਗਿਆਨੀ ਕਦੇ ਦੁਖੀ ਨਹੀਂ ਹੁੰਦਾ। ਸਾਧ ਸੰਗਤ ਜੀ, ਅਗਿਆਨੀ ਕਦੇ ਸੁਖੀ ਨਹੀਂ ਹੋ ਸਕਦਾ ਹੈ। ਉਹ ਨਰਮ ਸੇਜਾਂ ਤੇ ਵੀ ਤੜਫ ਤੜਫ ਕੇ ਰਾਤ ਕੱਟਦਾ ਹੈ। ਗਿਆਨਵਾਨ ਤੱਤੀ ਤਵੀ ਤੇ ਚੌਂਕੜਾ ਲੱਗਿਆ ਵੀ ਤੇਰਾ ਕੀਆ ਮਿੱਠਾ ਲੱਗੇ, ਉੱਥੇ ਵੀ ਸੁਖੀ ਹੈ ਗਿਆਨਵਾਨ। ਗਿਆਨਵਾਨ ਝੌਂਪੜੀ 'ਚ ਵੀ ਆਨੰਦ 'ਚ ਹੈ ਤੇ ਗਿਆਨੀ ਮਹਿਲਾਂ ਵਿੱਚ ਵੀ ਰੋਈ ਜਾਂਦਾ ਕਰਮਾਂ ਨੂੰ। ਰੱਬ ਸਾਡੇ ਤੇ ਨਹੀਂ ਕਿਰਪਾ ਕਰਦਾ, ਹੋਰ ਕਿਹੜੀ ਕਿਰਪਾ ਕਰੇ ਤੇਰੇ ਤੇ। ਇਸ ਕਰਕੇ ਗਿਆਨ ਹੈ ਸੁਖ ਰੂਪ ਤੇ ਅਗਿਆਨੀ ਹੈ ਅਗਿਆਨ ਦੁੱਖ ਰੂਪ ਹੈ। ਅਗਿਆਨੀ ਕਦੇ ਸੁਖੀ ਨਹੀਂ ਹੋ ਸਕਦਾ, ਭਾਵੇਂ 7 ਵਲੈਤਾਂ ਦਾ ਬਾਦਸ਼ਾਹ ਬਣ ਜਾਏ, ਤੇ ਗਿਆਨੀ ਕਦੇ ਦੁਖੀ ਨਹੀਂ ਹੋ ਸਕਦਾ, ਭਾਵੇਂ ਕੱਖਾਂ ਦੀ ਕੁੱਲੀ 'ਚ ਬੈਠਾ ਹੋ। ਇਸ ਕਰਕੇ ਇਹ ਰੱਬ ਦਾ ਪੁੱਤਰ ਹੈ। ਬੂੰਦ ਵੀ ਸਮੁੰਦਰ ਦੀ ਅੰਸ਼ ਹੁੰਦੀ ਹੈ। ਉਨਾ ਚਿਰ ਬੂੰਦ ਹੈ ਜਿੰਨਾ ਚਿਰ ਉਹ ਸਮੁੰਦਰ 'ਚ ਨਹੀਂ ਗਿਰੀ ਹੈ। ਜਦ ਸਮੁੰਦਰ 'ਚ ਗਿਰ ਗਈ, ਸਮੁੰਦਰ ਦਾ ਰੂਪ ਬਣ ਜਾਏਗੀ। ਇਹ ਸਰੀਰ ਵੀ ਚਾਉਣ ਕਰਕੇ ਆਪਣੇ ਆਪ ਨੂੰ ਆਤਮਾ ਖਵਾਉਂਦਾ ਹੈ। ਹੁਣ ਤਾਂ ਸਟੇਜ ਤੇ ਮਹਾਂਪੁਰਸ਼ ਸਾਰੇ ਹੀ ਸਿਆਣੇ ਬੈਠੇ ਨੇ। ਜੈਦਰ ਜੀ ਆਏ ਨੇ ਮਾਨਸਾ ਤੋਂ। ਇਹ ਗੁਰੂ ਮਹਾਰਾਜ ਦਾ ਬਖਸ਼ਿਆ ਬਾਣਾ, ਲਾਡਲੀਆਂ ਫੌਜਾਂ। ਬਾਬਾ ਫਤਿਹ ਸਿੰਘ ਜੀ ਦਾ ਦਮਾਲਾ। ਬਾਬਾ ਅਜੀਤ ਸਿੰਘ ਜੀ ਨੂੰ ਆ ਕੇ ਬਾਬਾ ਫਤਿਹ ਸਿੰਘ ਕਹਿੰਦੇ, ਮਹਾਰਾਜ ਮੈਨੂੰ ਭਰਾ ਜੀ ਮੈਨੂੰ ਸ਼ਾਸਤਰ ਵਿਦਿਆ ਸਿਖਾਓ।
ਬਾਬਾ ਅਜੀਤ ਸਿੰਘ ਕਹਿੰਦੇ ਅਜੇ ਤੁਸੀਂ ਛੋਟੇ ਹੋ ਫਤਿਹ ਸਿੰਘ, ਜਦੋਂ ਵੱਡੇ ਹੋਵੋਗੇ ਨਾ ਫਿਰ ਤੁਹਾਨੂੰ ਸ਼ਾਸਤਰ ਵਿਦਿਆ ਸਿਖਾਵਾਂਗੇ। ਅੰਦਰ ਜਾ ਕੇ ਇੱਕ ਦਸਤਾਰ ਬੰਨੀ, ਦੂਜੀ ਬੰਨੀ, ਤੀਜੀ, ਉੱਚਾ ਸਾਰਾ ਦਮਾਲਾ ਬੰਨ ਕੇ ਆ ਗਏ। ਕਹਿੰਦੇ ਹੁਣ ਤਾਂ ਨਹੀਂ ਅਸੀਂ ਛੋਟੇ, ਇਹ ਉੱਥੋਂ ਚੱਲਿਆ ਫੌਜਾਂ ਦਾ ਦਮਾਲਾ, ਬਾਬਾ ਫਤਿਹ ਸਿੰਘ ਦਾ ਬਖਸ਼ਿਆ ਹੋਇਆ। ਸਾਡੀਆਂ ਮਾਈਆਂ ਟੋਪੀਆਂ ਲਿਆ ਕੇ ਪਾਉਂਦੀਆਂ ਜਵਾਕਾਂ ਦੇ ਸਿਰਾਂ ਦੇ। ਇਹ ਲਾਡ ਨਹੀਂ ਹੈ। ਮਾਂ ਤਾਂ ਕਦੇ ਆਪਣੇ ਪੁੱਤਰ ਦੀ ਕਦੇ ਕਾਮਨਾ ਵੀ ਨਹੀਂ ਕਰਦੀ ਇਹ ਦੁਖੀ ਹੋਵੇ, ਪਰ ਅੱਜ ਪੜ੍ਹੀਆਂ ਮਾਵਾਂ ਜਿਹੜੀਆਂ ਲਾਡ ਇਹੋ ਜਿਹੀਆਂ ਕਰਦੀਆਂ ਨੇ ਆਪਣੇ ਪੁੱਤਰਾਂ ਨੂੰ 7 ਜਨਮਾਂ ਦਾ ਕੋੜ ਖਰੀਦ ਕੇ ਲਿਆ ਕੇ ਦਿੰਦੀਆਂ। ਸਿੱਖ ਹੋਏ ਸਿਰ ਟੋਪੀ ਧਰੈ 7 ਜਨਮ, ਕੁਸ਼ਤੀ ਹੋਏ ਮਰੈ। ਦੇਖ ਲਓ ਕਿੱਡਾ ਲਾਡ ਹੈ ਸਾਡੀਆਂ ਮਾਵਾਂ ਦਾ। ਜਦ ਸਿੱਖ ਦਾ ਪੁੱਤਰ ਟੋਪੀ ਧਰੇਗਾ ਸਿਰ ਤੇ, ਉਹਨੂੰ 7 ਜਨਮ ਕੋੜੀ ਦੇ ਭੋਗਣੇ ਪੈਣਗੇ। ਆ 2-2 ਲਿਆ ਦਿਆ ਕਰੋ ਮਾਈਓ, ਲਾਡ ਹੈ ਨਾ ਤੁਹਾਡਾ ਇਹ। ਪਟਕਾ ਬੰਨਿਆ ਕਰੋ, ਕੇਸ ਵਾਇਆ ਕਰੋ। ਇਹ ਵਾਲ ਨਹੀਂ, ਕੇਸ ਨੇ। ਗੁਰੂ ਦੀ ਸਿੱਖੀ ਦੀ ਸੇਵਾ ਤੁਹਾਨੂੰ ਮਿਲੀ ਹੋਈ। ਇਹ ਨਾ ਕਿਆ ਕਰੋ ਕਟਾ ਦਿਓ, ਵੱਡੇ ਹੋ ਕੇ ਰੱਖ ਲੈਣਗੇ। ਜਿਹਨੂੰ ਛੋਟੇ ਹੁੰਦੇ ਨੂੰ ਸੁਭਾਅ ਨਹੀਂ ਪਿਆ, ਵੱਡਾ ਕਿਵੇਂ ਰੱਖ ਲੂਗਾ। 100 ਘੜਾ ਪਾਣੀ ਦਾ ਭਰ ਕੇ ਰੱਖ ਦਿਓ, ਫਿਰ 100 ਘੜੇ 'ਚ ਦੇਖੋ ਤੁਹਾਨੂੰ 100 ਸੂਰਜ ਦਿਸੇਗਾ। ਹਰ ਘੜੇ ਸੂਰਜ ਦਿਸੇਗਾ ਤੁਹਾਨੂੰ। ਹੁਣ ਸੂਰਜ ਤਾਂ ਇੱਕੋ ਹੀ ਹੈ। ਇਸ ਤਰ੍ਹਾਂ ਪਰਮਾਤਮਾ ਇੱਕ ਹੈ, ਸਾਰਿਆਂ ਦੇ ਵਿੱਚ ਉਹਦੀ ਜਿਹੜੀ ਸਤਾ ਹੈ, ਜਿਹਨੂੰ ਆਤਮਾ ਕਹਿੰਦੇ ਨੇ, ਰੂਹ ਕਹਿੰਦੇ ਨੇ, ਸੋਲ ਕਹਿੰਦੇ ਨੇ, ਕਈ ਨਾਂ ਨੇ ਉਹਦੇ, ਸਾਰਿਆਂ ਵਿੱਚ ਇੱਕੋ ਹੀ ਹੈ। ਜਦ ਇਹ ਸੰਗਤ ਕਰਦਾ ਗੁਰੂ ਦੀ, ਫਿਰ ਇਹਦੇ ਗਿਆਨ 'ਚ ਵਾਧਾ ਹੁੰਦਾ, ਸੁਖੀ ਹੁੰਦਾ। ਫਿਰ ਅਗਿਆਨ ਘਟਦਾ ਤੇ ਗਿਆਨ ਵੱਧਦਾ। ਸਾਧ ਸੰਗਤ ਬਿਨ ਭਉ ਨਹੀਂ ਉਪਜੈ, ਭੈ ਬਿਨ ਭਗਤ ਨ ਹੋਵੈ ਤੇਰੀ। ਸੋ ਸਾਧ ਸੰਗਤ ਜੀ, ਜਿਹੜੀ ਸਰਵਣ ਭਗਤੀ ਹੈ, ਸੁਣਨਾ। ਜਿਹੜਾ ਵੀ ਸੁਣਦਾ, ਇੱਕ ਹੁੰਦਾ ਇੱਕ ਬੋਲ ਰਿਹਾ ਤੇ ਦੂਜਾ ਸੁਣ ਰਿਹਾ। ਇੱਕ ਹੁੰਦਾ ਵੀ ਆਪਣਾ ਜਸ ਆਪ ਹੀ ਸੁਣਾ, ਅੰਤਰੀਵ ਸ਼ਬਦ ਸੁਣਨਾ, ਅੰਦਰ ਆਤਮੇ ਸੁਣਨਾ। ਉਹਨੂੰ ਪਹਿਲਾਂ ਬੋਲ ਬੋਲ ਕੇ ਜਪਦਾ, ਫਿਰ ਬੋਲਣਾ ਬੰਦ ਹੋ ਜਾਂਦਾ, ਫਿਰ ਇਹਨੂੰ ਅੰਦਰ ਸੁਣਨ ਲੱਗ ਜਾਂਦਾ। ਉਹ ਵੀ ਸੁਣਨਾ ਹੈ। ਇਹ ਹੈ ਤਾਂ ਇਹਦੇ ਅੰਦਰ ਹੀ ਨੇ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ, ਪਰ ਜਦੋਂ ਕਮਾਈ ਕਰਦਾ ਫਿਰ ਇਹਨੂੰ ਪ੍ਰਾਪਤ ਹੁੰਦੀਆਂ। ਸਾਡੇ ਦੇਸ਼ ਉੱਤੇ ਚੱਕਰਵਰਤੀ ਰਾਜ ਸੀ ਜਹਾਂਗੀਰ ਬਾਦਸ਼ਾਹ ਦਾ। ਭਾਵੇਂ ਕੱਟੜ ਦੁਸ਼ਮਣ ਸੀ ਗੁਰੂ ਘਰ ਦਾ। ਇਹ ਆਪਣੀ ਲਿਖਤ ਵਿੱਚ ਲਿਖਦਾ ਕਿ ਮੈਂ ਕੂੜ ਦੀ ਦੁਕਾਨ ਬੜੇ ਚਿਰ ਤੋਂ ਬੰਦ ਕਰਨੀ ਚਾਹੁੰਦਾ ਸੀ ਗੁਰੂ ਨਾਨਕ ਦੇ ਘਰ ਨੂੰ। ਬੜਾ ਤਵਸਵੀ ਬਾਦਸ਼ਾਹ ਸੀ ਇਹ। ਇਹਦਾ ਵਜ਼ੀਰ ਸੀ ਵਜ਼ੀਰ ਖਾਂ, ਜਹਾਂਗੀਰ ਬਾਦਸ਼ਾਹ ਦਾ। ਇਹ ਲਾਹੌਰ ਵਿੱਚ ਰਹਿੰਦਾ। ਚੰਦੂ ਵੀ ਲਾਹੌਰ ਵਿੱਚ ਹੀ ਰਹਿੰਦਾ ਸੀ। ਲਾਹੌਰ ਮਾੜਾ ਨਹੀਂ ਹੈ, ਚੰਦੂ ਮਾੜਾ ਸੀ। ਇਹ ਸਾਰੀ ਗੱਲ ਇੱਕ ਬੰਦੇ ਕਰਕੇ ਪਿੰਡ ਤੇ ਨਹੀਂ ਲੱਗ ਸਕਦੀ ਵੀ ਜੇ ਇੱਕ ਬੰਦਾ ਸ਼ਰਾਬ ਪੀਂਦਾ, ਸਾਰਾ ਪਿੰਡ ਥੋੜਾ ਸ਼ਰਾਬੀਆਂ ਦਾ ਹੋ ਗਿਆ। ਇੱਕ ਚੋਰੀ ਕਰਦਾ, ਸਾਰਾ ਪਿੰਡ ਚੋਰ ਨਹੀਂ ਹੋ ਸਕਦਾ। ਲਾਹੌਰ ਦੇ ਵਿੱਚ ਤਾਂ ਭਾਈ ਬੁੱਧੂ ਵੀ ਰਹਿੰਦਾ ਸੀ, 5ਵੇਂ ਪਾਤਸ਼ਾਹ ਦਾ ਸਿੱਖ। ਚੌਥੇ ਪਾਤਸ਼ਾਹ ਮਹਾਰਾਜ ਦਾ ਜਨਮ ਹੀ ਲਾਹੌਰ ਚੂਨਾ ਮੰਡੀ ਦਾ ਹੈ। ਭਾਈ ਕਮਲੀਆ ਵੀ ਲਾਹੌਰ ਵਿੱਚ ਹੀ ਰਹਿੰਦਾ ਸੀ। ਦੁਨੀ ਚੰਦ ਸੇਠ ਵੀ ਲਾਹੌਰ ਵਿੱਚ ਰਹਿੰਦਾ ਹੈ। ਲਾਹੌਰ ਮਾੜਾ ਸੀ? ਨਹੀਂ, ਚੰਦੂ ਮਾੜਾ ਸੀ।
ਸਰੰਦ ਮਾੜੀ ਨਹੀਂ ਸੀ, ਵਜ਼ੀਰ ਖਾਂ ਮਾੜਾ ਸੀ। ਸਰੰਦ ਵੀ ਤਾਂ ਟੁੱਡਰ ਮੱਲ ਵੀ ਰਹਿੰਦਾ ਸੀ, ਸਰੰਦ ਵੀ ਤਾਂ ਭਾਈ ਮੋਤੀ ਮਹਿਰਾ ਵੀ ਰਹਿੰਦਾ ਸੀ। ਮਾੜੀ ਸੀ ਸਰੰਦ? ਫਿਰ ਨਹੀਂ, ਵਜ਼ੀਰ ਖਾਂ ਮਾੜਾ ਸੀ। ਆਪਣੇ ਦਾ ਫਿਰ ਸੁਹਾਗਾ ਜੋੜ ਲੈਂਦੇ ਨਾ, ਕਿੱਲਾ ਦੱਬ ਕੇ ਹੁਣ ਡਲਾ ਨਹੀਂ ਰਹਿਣ ਦੇਣਾ, ਵੱਡਾ ਹੀ ਧਰ ਲੈਣਾ ਹੈਗਾ, ਪੁਸਤਾਂ ਤੱਕ ਪੜਾ ਦਿੰਦੇ ਆਪਾਂ। ਜਦ ਚੰਦੂ ਨੂੰ ਨੱਥ ਮਾਰ ਲਈ ਨਾ ਦਿੱਲੀ, ਉਹਦੇ ਪੁੱਤਰ ਤੇ ਘਰ ਵਾਲੀ ਨੂੰ ਫੜ ਲਿਆਂਦਾ ਸਿੱਖਾਂ ਨੇ। ਮਾਰੇ ਕਹਿੰਦੇ ਜਹਾਂਗੀਰ ਬਾਦਸ਼ਾਹ, ਆ ਪੁੱਤਰ ਹੈ ਜਿਹੜਾ ਚੰਦੂ ਦਾ, ਇਹਨੂੰ ਨੌਕਰੀ ਦਿਓ ਆਪਣੇ ਦਰਬਾਰ 'ਚ, ਇਹਦੇ ਘਰ ਵਾਲੇ ਨੂੰ ਖਰਚਾ ਲਾਓ, ਤੇ ਇਹਨੂੰ ਬਾ ਇੱਜ਼ਤ ਘਰ ਛੱਡ ਕੇ ਆਓ, ਇਹਨਾਂ ਦਾ ਕੋਈ ਕਸੂਰ ਨਹੀਂ ਹੈ, ਕਸੂਰਵਾਰ ਹੈ ਚੰਦੂ। ਸਾਡੇ ਵਾਲੇ ਫਿਰ ਪੁਸਤਾਂ ਜੋੜਦੇ ਨੇ ਕਿ ਜਾ ਕੇ 7ਵੀਂ ਮੰਜ਼ਲ, ਉੱਥੇ ਵੀ ਨਹੀਂ ਖੜਾ ਛੱਡਦੇ ਉਹਦਾ। ਇਹ ਵਜ਼ੀਰ ਖਾਂ ਸੀ, ਜਿਹੜਾ ਵਜ਼ੀਰ ਸੀ ਜਹਾਂਗੀਰ ਬਾਦਸ਼ਾਹ ਦਾ, ਇਹਨੂੰ ਜਲੋਦਰ ਦਾ ਰੋਗ ਹੋ ਗਿਆ, ਇਹਦੇ ਪੇਟ 'ਚ ਪਾਣੀ ਭਰਿਆ ਹੋਇਆ। ਹੁਣ ਕੋਈ ਮਾਮੂਲੀ ਤਾਂ ਹੈ ਨਹੀਂ ਸੀ ਵੀ ਇਲਾਜ ਕਰਕੇ ਘਰੇ ਪਿਆ। ਚੱਕਰਵਰਤੀ ਬਾਦਸ਼ਾਹ ਦਾ ਵਜ਼ੀਰ ਸੀ, ਇਲਾਜ ਵੱਲੋਂ ਤਾਂ ਕੋਈ ਕਸਰ ਨਹੀਂ ਹੈ। ਬੜੇ ਹਕੀਮਾਂ ਨੇ, ਬੜੇ ਵੈਦਾਂ ਨੇ ਇਲਾਜ ਕਰਿਆ। ਡਾਕਟਰ ਨਹੀਂ ਸੀ ਨਾ ਆਪਣੇ ਦੇਸ਼ ਵਿੱਚ ਉਦੋਂ, ਡਾਕਟਰ 10ਵੇਂ ਪਾਤਸ਼ਾਹ ਮਹਾਰਾਜ ਵੇਲੇ ਆਏ। ਵੈਦ ਸੀ ਸਾਡੇ ਦੇਸ਼ 'ਚ, ਹਕੀਮ ਸੀ। ਜਦੋਂ ਬਿਮਾਰੀ ਲਾ ਇਲਾਜ ਹੋ ਗਈ, ਉਹ ਆਪਣੇ ਘਰ ਪਿਆ ਤੜਫਦਾ ਮੱਛੀ ਵਾਂਗ, ਪਾਣੀ ਜਰਲਾਉਂਦਾ ਹੈ, ਅੰਦਰ ਜਲਨ ਹੁੰਦੀ ਹੈ, ਕਦੇ ਚੈਨ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਕੋਹੜੀ ਦਾ ਸਰੀਰ ਸੜਦਾ ਰਹਿੰਦਾ ਨਾ 24 ਘੰਟੇ, ਜਿਵੇਂ ਕਿਸੇ ਦੇ ਹੱਥ ਤੇ ਅੱਗ ਦਾ ਅੰਗਿਆਰ ਰੱਖਦੀ ਉਹ ਸੜਦਾ ਹੈ, ਇਸ ਤਰ੍ਹਾਂ ਕੋਹੜੀ ਦਾ ਸਰੀਰ ਸੜਦਾ ਰਹਿੰਦਾ 24 ਘੰਟੇ, ਕਦੇ ਚੈਨ ਨਹੀਂ ਆਉਂਦਾ। ਇੱਕ ਮੱਖੀਆਂ ਭਿਣਕਦੀਆਂ ਨੇ, ਬਦਬੂ ਬੜੀ ਦੂਰ ਤੱਕ ਆਉਂਦੀ ਹੈ, ਰਾਤ ਵਗਦੀ ਹੈ, ਫਿਰ ਉਹਦਾ ਸਰੀਰ ਸੜਦਾ ਰਹਿੰਦਾ ਕੋਹੜੀ ਦਾ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਸਿਮਰਨ ਨਹੀਂ ਕਰਦੇ, ਬਾਣੀ ਨਹੀਂ ਪੜ੍ਹਦੇ, ਉਹਨਾਂ ਦਾ ਮਨ ਵੀ ਇਸ ਤਰ੍ਹਾਂ ਸੜਦਾ ਰਹਿੰਦਾ ਜਿਵੇਂ ਕੋਹੜੀ ਦਾ ਸਰੀਰ ਸੜਦਾ ਰਹਿੰਦਾ। ਜਿਉ ਤਪਤ ਹੈ ਬਾਰੰਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋ ਜਿਨੂੰ ਵਿਸਰ ਜੇ ਗੁਰਾਂ ਦੀ, ਗੁਰੂਆਂ ਦੀ ਬਾਣੀ ਉਹ ਪੱਕੇ ਰੋਗੀ। ਜਿਨੂੰ ਵਿਸਰ ਜੇ ਗੁਰਾਂ ਦੀ ਬਾਣੀ, ਪੱਕੇ ਰੋਗੀ ਵਾਂਗ ਮਿਲ ਕੇ, ਪੱਕੇ ਰੋਗੀ। ਤਪਤ ਹੈ ਬਾਰੰਬਾਰ, ਤਪ ਤਪ ਖਪੈ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਇਸ ਤਰ੍ਹਾਂ ਵਜ਼ੀਰ ਖਾਂ ਦੇ ਜਲਨ ਹੁੰਦੀ ਰਹਿੰਦੀ ਹੈ, ਪੇਟ 'ਚ ਪਾਣੀ ਭਰਿਆ ਹੋਇਆ, ਜਰਲਾਉਂਦਾ ਰਹਿੰਦਾ, ਕਦੇ ਚੈਨ ਨਹੀਂ ਆਉਂਦਾ, ਜਿਵੇਂ ਮੱਛੀ ਤੜਫਦੀ ਆ ਪਾਣੀ ਤੋਂ ਬਗੈਰ।
इस तरह तड़फदा विलकदा रहिंदा। पंजवें पातशाह महाराज दा सिख भाई भागू, इन्हें गुरसिक्खी धारण की है, कमाई करदा सिक्खी दी, बंदगी करदा, शब्द की कमाई करदा, बहुत नितनेम करदा बाणी दा। पंजवें पातशाह महाराज वेले भाई भागू नूं सुखमनी साहिब दा पाठ कंठ सी। इन्नी संगत विचों थोड़े होणगे जिन्हां नूं जपजी साहिब कंठ होना है। बाकी जरनल नॉलेज बड़ी इकट्ठी करी फिरदे ने, जित्थों दी मर्जी गल्लां सुन लो इन्हां ते। महाराज दा हुक्म है जिहड़ा सिखां दे घर जम्मिया ते उन्हूं जपजी साहिब दा पाठ कंठ नहीं, भावें वो माई है चाहे भाई है। जिवें आपां जीरी लाती, पराली बहुत वध गई, मुंजरां लग गईयां, उच चौल नहीं पए, मुंजरां च पत्तल हो गई। ते जिमीदार वट ते खड़ा कहंदा भी मेहनत बड़ी करी सी, पल्ले कख नहीं पिया, पत्तल हो गई। महाराज कहंदे उस सिख दा जीवन इस तरह है जिवें चौल नहीं ना पए, पत्तल हो गई मुंजरां च, पराल वध गया बथेरा। वो सिख दा जीवन इहो जिहा। सिख गुरु का होए गयो, जपजी कंठ न कीन, तंदुल तुख बिन काम के, ऐसे सिख को चीन। जिहड़ा एक पंक्ति रोज कंठ करे, उन्हों जपजी साहिब दा पाठ बहुत छेती कंठ हो जाता। भाई लखू ने इस तरह लाहौर च माइयां नूं कराया सी ना जपजी साहिब दा पाठ कंठ। उस माई दे हत्थों प्रसादा छकदा सी जिहड़ी माई जपजी साहिब दा पाठ करके लंगर पकाउंदी हुंदी सी। एक एक पंक्ति रोज पढ़ा जांदा सी माइयां नूं। 4-5 अखरां दी पंक्ति हुंदी है सारी। जिहड़ा 1 रुपया रोज जमा करन लग जाए ना, अमीर हो जांदा वो। ते जिहड़ा एक पंक्ति रोज कंठ करन लग जाए, बहुत बाणी उन्होंने कंठ हो जाती। पर प्रेम नाल पढ़े फिर बड़ी छेती बाणी कंठ हुंदी है। साध संगत वो कंठ करदा जिहदा बाणी नाल प्रेम हुंदा है। घट तो घट आपां नूं जपजी साहिब दा पाठ कंठ होना चाहिए। एक एक पंक्ति करके करो भावें। पंजवें पातशाह महाराज वेले भाई भागू नूं सुखमनी साहिब दा पाठ कंठ सी। आपां कहने उद्यों विद्या नहीं सी, जे हुण विद्या हुण किहड़ा आपां नवालां सालणीਆਂ फिर। हुण तां नास्तिक ही ज़्यादा होए आ, जे विद्या गुरमुख तां थोड़ी बने ना। आपां हंकार हो गया आपां नूं 4 अखर पढ़ के। पढ़िया मूर्ख आखिया जिस अंदर लभ लोभ हंकारा। महाराज कहते फिर वो सियाणा नहीं जे हंकारी बन गया। विद्या विचारी तां परोपकारी बनना है, हंकारी नहीं बनना है। पढ़ना चंगी गल है पर कढ़ना माड़ी गल है। लिख लिख पढ़िया तेता कढ़िया। सुनता नहीं ना किसी बजुर्ग की, ना किसी सियाणे की, ना सतपुरुष की, ना किसी धार्मिक ग्रंथ की। बापां तां पढ़े होए आ। चंगी गल है पढ़ना पर कढ़ना नहीं चंगा हुंदा। ये भाई भागू काम कार करदा, सुखमनी साहिब दा पाठ करदा रहिंदा। बहुत माई भाई ने तुहाडे च जिहड़े रोज बहुत बाणी पढ़ लैंदे नाले अपने काम करी जांदे ने। बहुत बीबियां दा नितनेम है, रोज 25-25 पाठ जपजी साहिब दे करदियां ने, नाले काम करदी रहिंदियां घर दा। एक सिंह मिलिया सानू इत्थे नेड़े दा ही आओ, वो चुप जा रहिंदा सी ज़्यादा। असीं नहीं पुछया भी तू नितनेम किन्ना करदा हुंदा। उन्हें हथ जोड़ते चुप कर गया भी जेड़े कमाई करते उन्हें दस देंदे।
ਰੌਲਾ ਤਾਂ ਉਹ ਪਾਉਂਦੇ ਫਿਰਦੇ ਨੇ, ਸਾਡੇ ਵਰਗੇ ਖਾਲੀ ਘੜੇ ਖੜਕਦੇ ਨੇ, ਭਰੇ ਨਹੀਂ ਛਲਕਦੇ ਹੁੰਦੇ। ਜਿਹੜੇ ਬੰਦਗੀ ਕਰਦੇ ਨੇ ਉਹ ਦੱਸਦੇ ਨਹੀਂ, ਜਿਹੜੇ ਦੱਸਦੇ ਨੇ ਉਹ ਬੰਦਗੀ ਨਹੀਂ ਕਰਦੇ। ਬਸ ਇਹ ਨਿਸ਼ਾਨੀ ਹੈ। ਜਿਵੇਂ ਤੁਹਾਡੇ ਤੋਂ ਸੱਕਾ ਭਰਾ ਪੁੱਛੇ ਵੀ ਤੇਰੇ ਕੋਲ ਪੈਸੇ ਕਿੰਨੇ ਨੇ, ਦੱਸਾਂਗੇ ਆਪਾਂ? ਪੁੱਛ ਕੇ ਦੇਖ ਲਓ ਸ਼ਾਮੀ ਜਾ ਕੇ, ਨਾਲੇ ਪਤਾ ਵੀ ਇਹਦੇ ਕੋਲ ਇੰਨੇ ਹੈਗੇ ਨੇ। ਕਦੀ ਨਹੀਂ ਦੱਸੇਗਾ ਉਹ। ਕਿਹੜੇ ਪੈਸੇ ਟਾਈਮ ਲੰਘਾਉਂਦੇ ਆ, ਪੈਸੇ ਭਾਲਦੇ ਨਹੀਂ ਨਾ ਦੱਸਦੇ। ਕਮਾਈ ਕੀਤੀ ਹੈ ਫਿਰ। ਜਿਹੜੇ ਬੰਦਗੀ ਵਾਲੇ ਉਹ ਵੀ ਨਹੀਂ ਦੱਸਦੇ ਹੁੰਦੇ। ਸਬਰ ਅੰਦਰ ਸਾਵਰੀ ਤਾਨੀ ਵੈ ਜਾ ਲੈਣ, ਹੋਣ ਜੀ ਖੁਦਾਏ ਦੇ ਭੇਤ ਨਾ ਕਿਸੇ ਦੇਣ, ਉਹ ਨਹੀਂ ਦੱਸਦੇ ਹੁੰਦੇ। ਆਹ ਤਾਂ ਜਿਹੜੇ ਰੌਲਾ ਪਾਉਂਦੇ ਨੇ, ਮੈਨੂੰ ਲਾਈਟਾਂ ਦਿਸ ਗਿਆ, ਮੈਨੂੰ ਪ੍ਰਕਾਸ਼ ਦਿਸ ਗਿਆ, ਮੈਨੂੰ, ਇਹਨਾਂ ਨੂੰ ਕੱਖ ਨਹੀਂ ਦਿਸਿਆ ਹੁੰਦਾ। ਪਖੰਡ ਕਰਦੇ ਨੇ ਸਾਰੇ। ਜਿਹਨੂੰ ਦਿਸ ਗਿਆ ਦੱਸਤਾ, ਮੁੜ ਕੇ ਨਹੀਂ ਕੁਝ ਵੀ ਹੋਏਗਾ। ਫੇਰੇਗਾ ਐਵੇਂ ਭੜਕਿਆ ਵਿਚਾਰਾ ਵੀ ਖਾਲੀ ਹੋ ਜਾਂਦਾ ਉਹ। ਇਹ ਗੋਹਜ ਕਥਾ ਹੈ ਗੁਰ ਤੇ ਜਾਣੀ। ਇਹ ਤਾਂ ਸਤਿਪੁਰਸ਼ਾਂ ਤੋਂ ਪਤਾ ਲੱਗਦਾ ਵੀ ਗੁਪਤ ਰੱਖਣੀਆਂ ਪੈਂਦੀਆਂ ਬਹੁਤ ਸਾਰੀਆਂ ਗੱਲਾਂ ਨੇ। ਬਹੁਤ ਗੁਰਮੁਖ ਨੇ ਉਹਨੂੰ ਪੁੱਛਿਆ ਕਿੰਨਾ ਨਿਤਨੇਮ ਕਰਦਾ, ਉਹਨੇ ਹੱਥ ਜੋੜ ਕੇ ਸਿਰ ਜਿਹਾ ਨਵਾਤਾ। ਫਿਰ ਪੁੱਛਿਆ, ਕਹਿੰਦਾ ਜੀ ਮੈਂ ਦੱਸਦਾ ਨਹੀਂ ਕਿਸੇ ਨੂੰ, ਪਰ ਮੈਂ ਤੁਹਾਡੇ ਕੋਲ ਝੂਠ ਵੀ ਨਹੀਂ ਬੋਲ ਸਕਦਾ। ਮੈਂ 70 ਪਾਠ ਰੋਜ਼ ਜਪਜੀ ਸਾਹਿਬ ਦੇ ਕਰਨਾ। ਇਹ ਨਹੀਂ ਵੀ ਉਹ ਕੰਮ ਨਹੀਂ ਕਰਦਾ, ਕਹਿੰਦਾ ਮੈਂ ਸਾਰਾ ਦਿਨ ਟਰੈਕਟਰ ਚਲਾਉਣਾ। ਹੁਣ ਸਟੀਅਰਿੰਗ ਦਾ ਤੇ ਹੱਥਾਂ ਨੇ ਫੜਿਆ ਤੇ ਬ੍ਰੇਕ ਕਲਚ ਪੈਰਾਂ ਨੇ ਦੱਬਣੇ, ਜ਼ਬਾਨ ਨੇ ਕੀ ਕਰਨਾ ਟਰੈਕਟਰ ਦੇ? ਜਾਂ ਗਾਣੇ ਲਾਏ ਹੋਣਗੇ ਫਿਰ ਅਗਲੇ ਪਿੰਡ ਸੁਣਦੇ ਹੁੰਦੇ, ਤੇ ਜਾਂ ਫਿਰ ਬਾਣੀ ਪੜ੍ਹੇਗਾ। ਬਾਣੀ ਪੜ੍ਹੇਗਾ ਤਾਂ ਬਰਕਤਾਂ ਪੈਣਗੀਆਂ, ਗਾਣਿਆਂ ਨਾਲ ਤਾਂ ਬਰਕਤਾਂ ਪੈਣੀਆਂ ਨਹੀਂ। ਸਾਸ ਬੜੇ ਅਭਿਆਸੀ ਨੇ ਜਿਹੜੇ ਬਾਹਰ ਜਾਂਦੇ ਆ, ਉੱਥੇ ਮਿਲਦੇ ਆ, ਸਾਰਾ ਦਿਨ ਟੈਕਸੀ ਚਲਾਉਂਦੇ ਨੇ, 50-50 ਪਾਠ ਜਪਜੀ ਸਾਹਿਬ ਦੇ ਕਰ ਲੈਂਦੇ। ਜਿਨ੍ਹਾਂ ਨੇ ਕਰਨਾ ਉਹ ਤਾਂ ਕਰ ਲੈਂਦੇ। ਕੰਮ ਕਾਰ ਵੀ ਨਹੀਂ ਛੱਡਦੇ, ਨਾਲੇ ਬੰਦਗੀ ਨਹੀਂ ਛੱਡਦੇ। ਆ ਜਿਨ੍ਹਾਂ ਨਹੀਂ ਕਰਨਾ, ਸਾਡੇ ਵਰਗੇ ਵਿਹਲੇ, ਬਸ ਟਾਈਮ ਨਹੀਂ ਮਿਲਦਾ ਹੈ। ਇਹਦਾ ਮਤਲਬ ਇਹਨਾਂ ਨੇ ਕਰਨਾ ਹੀ ਕੱਖ ਨਹੀਂ ਹੈ। ਇਹ ਭਾਈ ਭਾਗੂ ਨਾਲੇ ਆਪਣਾ ਕੰਮ ਕਾਰ ਕਰਦਾ, ਨਾਲੇ ਸੁਖਮਨੀ ਸਾਹਿਬ ਦਾ ਪਾਠ ਤੁਰਦਾ ਫਿਰਦਾ ਕਰਦਾ ਰਹਿੰਦਾ। ਇਹ ਕਿਸੇ ਕੰਮ ਤੁਰਿਆ ਜਾ ਰਿਹਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ। 24 ਸ਼ਲੋਕ, 24 ਅਸ਼ਟਪਦੀਆਂ, 24,000 ਅੱਖਰ ਸੁਖਮਨੀ ਸਾਹਿਬ ਦਾ। ਜਿਹੜਾ ਗੁਰਮੁਖ ਰੋਜ਼ ਇੱਕ ਪਾਠ ਕਰ ਲੈਂਦਾ ਪ੍ਰੇਮ ਨਾਲ, ਉਹਦੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਜਿਹੜਾ ਮਾਈ ਭਾਈ 2 ਪਾਠ ਰੋਜ਼ ਕਰੇ ਤੇ ਜਿੰਨੀ ਕੁ ਉਮਰ ਹੈ ਕਰਦਾ ਰਹੇ, ਜਿਉਂਦਾ ਮੁਕਤ ਹੋ ਜਾਂਦਾ ਹੈ, ਤੇ ਸਰੀਰ ਛੱਡਣ ਤੋਂ ਬਾਅਦ ਵਧੇ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨੂੰ। ਅੱਜ ਨਹੀਂ ਅਸੀਂ ਕਹਿਣਾ ਜਿੰਨੇ ਮਰਜ਼ੀ ਛੱਡੀਓ, ਕਿਉਂਕਿ ਕੱਲ ਨੂੰ ਹੈ ਹੀ ਨਹੀਂ। ਕੱਲ ਨੂੰ ਅਸੀਂ ਕਿਹੜਾ ਕਹਿਣਾ ਤੁਹਾਨੂੰ? ਕੱਲ ਨੂੰ ਤਾਂ ਬਾਬਾ ਨਾਮਦੇਵ ਵੀ ਛੱਡੀ ਜਾਊਗਾ ਇੱਥੇ ਆਪ ਹੀ। ਸੋ ਸਾਧ ਸਿੰਘ ਜੀ, ਇਹ ਤੁਰਿਆ ਜਾ ਰਿਹਾ। ਭਾਈ ਭਾਗੂ ਨਾਲੇ ਪਾਠ ਕਰਦਾ ਜਾ ਰਿਹਾ ਸੁਖਮਨੀ ਸਾਹਿਬ ਦਾ। ਇਹ ਵਜ਼ੀਰ ਖਾਂ ਪਿਆ ਬੈਠਕ ਦੇ ਵਿੱਚ, ਤੜਫ ਰਿਹਾ। ਜਿੱਥੇ ਆਏ ਗਏ ਨੂੰ ਬਿਠਾਉਂਦੇ ਸੀ, ਆਪਾਂ ਬੈਠਕ ਕਹਿੰਦੇ ਹੁੰਦੇ ਸੀ ਉਹਨੂੰ। ਉੱਥੇ ਪਹਿਲਾਂ ਮੰਜੇ ਡਾਏ, ਪਲੰਘ ਡਾ ਤੇ ਫਿਰ ਕੁਰਸੀਆਂ ਜਿਹੀਆਂ ਵੀ ਸਾਦੀਆਂ ਜਿਹੀਆਂ ਉਹ ਵੀ ਰੱਖੀਆਂ ਹੁੰਦੀਆਂ ਸੀ ਕਿਸੇ ਕਿਸੇ ਨੇ। ਹੁਣ ਕੀ ਕਹਿੰਦੇ ਉਹਨੂੰ? ਹੁਣ ਡਰਾਇੰਗ ਰੂਮ ਕਹਿਣ ਲੱਗ ਗਏ। ਹੈ ਤਾਂ ਉਹੀ ਆਏ ਗਏ ਨੂੰ ਬਿਠਾਉਣਾ, ਜੋ 4 ਰੁਪਈਏ ਕੋਲ ਆ ਕੇ ਨਾਮ ਹੀ ਬਦਲ ਗਿਆ। ਇਹ ਮਾਇਆ ਹੀ ਬਦਲਾਉਂਦੀ ਹੈ ਸਾਰਿਆਂ ਦੇ ਨਾਮ। ਆ ਜਿਹੜਾ ਆਪਾਂ ਨੂੰ ਪਰਮਾਤਮਾ ਦਾ ਪੁੱਤਰ ਆਤਮਿਕ ਸ਼ਹਿਜ਼ਾਦੇ ਦਾ ਨਾਮ ਜੀਵ ਰੱਖਿਆ ਨੇ, ਇਹ ਵੀ ਮਾਇਆ ਨਹੀਂ ਰੱਖਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹਨੇ ਬੰਨ੍ਹਤਾ ਤੈਨੂੰ ਸਰੀਰ ਨਾਲ, ਇਹ ਵੀ ਮਾਇਆ ਦਾ ਹੀ ਕੰਮ ਹੈ। ਪਰ ਮਾਇਆ ਨਹੀਂ ਮਾੜੀ, ਆ ਵੀ ਮਾਇਆ ਜਿਹਦੇ ਨਾਲ ਲੰਗਰ ਚੱਲ ਰਿਹਾ, ਪੰਡਾਲ ਬਣਿਆ, ਕਥਾ ਕੀਰਤਨ, ਇਹ ਵੀ ਮਾਇਆ ਹੀ ਹੈ।
दो सुभाਅ ने, नरकां नूं भी लै जांदी है ते रब नूं भी मिला दिंदी है। जे इहनूं शुभ कंमां ते लाईए तो रब नूं मिलाउण च मददगार बन जांदी। जे नशियां ते शराबां ते लाईए फिर इत्थे नरक बना दी अगां, तो फिर किहड़ा उहने सचखंड नूं जाना है। ये बैठक विच पिया, इहदे कंन च आवाज़ पई बाणी दी, टका आया, इहनूं शांति आई। वजीर खां ने सोचा पता नहीं मेरा रोग हटन लग्या हुण, मैनूं तां कदे चैन आया ही नहीं। क्योंकि जे मन की शांति है तो केवल नाम विच है, बाणी विच। न शीतलिंग चंद्र देव है, न शीतलिंग बावन चंदन है, न शीतलिंग शीतर तेन, नानक शीतलिंग साध सवजन है। महाराज कहते चीज़ां ठंडियां भावें जरूर ने, चंद्रमा ठंडा है, सियाल की रुत ठंडी है, चंदन भी ठंडा है, पर इन्हां दी ठंड चम तक जाती है, मन तक नहीं जाती। मन तक तो तेनू नाम ही शांति पहुँचा सकता है। चंदन चंद न सरद रुत मूल न मिटाई काम, शीतल थी वह नानका जपंदड़ो हर नाम। नाम नाल मन नूं शांति आएगी। ਜਿਹੜੇ ਕਹਿੰਦੇ ना ਅਸੀਂ घर जाने सानू घर ਵੱਢ ਵੱਢ के खांदा है, तेरे उत्थे ख्याल नहीं मिलते असल विच। तू बाणी नाल जोड़ के देख, सिमर नाल उही घर सचखंड लगन लग जाएगा तेन। क्योंकि जे शांति है तो परमात्मा दे नाम विच सुंदर सेज अनेक सुख रस भोगन पूरे, ग्रह सोइन चंदन सुगंध लाए मोती हीरे, मन इच्छे सुख मानदा किश नाहे वसूरे, सो प्रभ चितन आवे बिष्टा के कीरे, बिन हर नाम ना शांत होए कित बिद मन तीरे। चाहे जिन्ने मर्जी सुख इकट्ठे कर ले, नाम तो बिना तेरे मन नूं शांति नहीं आएगी। ते जे मन ही सड़दा बलदा फिर महल की करनगे, धन पदार्थ क्या करेगा। क्या रहा उसको मिलने से जिसको चैन मन का मिल गया। की रह गया जिन्हों मन की शांति मिल गई, सब कुछ मिल गया। वो नाम विच है, बाणी विच। अज पहला दिन उन्होंने चैन आया वजीर खां नूं। जिन्ना चिर कंन च आवाज़ पैंदी रही बाणी, मन शांत रहा, उहदा दुख भुलिया रहा। जद भाई भागू पाठ करदा करदा दूर चलिया गया, बाणी की आवाज़ आउण तो हट गई, वो जलन फेर होण लग गई। समझ गया बाणी दे विच ताकत है। जिहड़ा कोई गुरसिख पढ़दा जा रहा है, इहदे विच इहदी तसीर है, शांत करदी है, ठंड मन नूं मिलदी है। अपना एक एहलकार नौकर भजाया मगर, जा दौड़ के कोई वजीर वाला रोब ना दिखाई, उत्थे जाके हथ जोड़ के बेनती करी भी गुरसिखा तेनू वजीर खां वजीर बुलाउंदा, बेनती करदा है। जाके उन्हें भाई भागू नूं हथ जोड़ के आख्या, वजीर खां वजीर तुहानूं बेनती करके बुला रहे। गुरमुख परोपकारी वेला आया। गुरमुखां दा काम ही परोपकार करना हुंदा है। भाई भागू आ गया, वजीर खां हथ जोड़ के कहंदा, गुरसिखा जिहड़ी तू बाणी पढ़दा जा रहा सी, इहदे विच ताकत है, इहदे विच तसीर है। अज मैनूं शांत आई है, टकाया, मैनूं तां कदे चैन आया ही नहीं 24 घंटियां च। जे तू मैनूं सुखमनी साहिब दा पाठ रोज़ सुना दिया करे, मैनूं भरोसा है मेरा रोग हट जाएगा। सुनिया दुख पाप का नाश हुंदा है, एवें नहीं आखता महाराज ने। पहला भी हुंदे रहे ने, हुण भी हुंदे ने, अगे नूं भी होणगे। जिहड़ा भरोसे नाल सुणेगा, ये नहीं भी कोल बाणी दा पाठ हो रहा किते मन होर फिरदा है, फिर नहीं असर होना है। खांड खांड कहे जेवा ना स्वाद मिठो आवे, अगन अगन कहे सीत ना बनास है।
खंड खंड कहने वाला मूँह मिठा नहीं होना जिन्ना चिर जबान ते नहीं रखदा। जद जुड़े ही नहीं तो शांत कितों आ जाएगी फिर। भाई भागू कहंदा वजीर खां मैं तो अपना नित कर्म करने तेनू सुना दिया करांगा रोज़ सुखमनी साहिब दा पाठ। हुण भाई भागू रोज़ सुनाउंदा इहनूं वजीर खां नूं सुखमनी साहिब दा पाठ। बहुत रोग चला गया, तुरन फिरन लग गया, खाण पीन लग गया, अजे माड़ा जिहा है रोग। आउणा सी ना मर दे चरनां च ओने। दुख लागा तां राम पुकारा है। जे दुनिया च दुख ना हुंदा कोई रब दा नां ही ना लैंदा। जिन्ने सुख वध गए ने उन्ने रब भुल गया। कहंदे हुण औखा है सिੱਖੀ रखनी। जद नवाबियां मिलदियां सी उदों तो कहंदे छड्डनी नहीं, हुण संखमरमर दी कोठियां मिल गईयां हुण कहंदे रखनी नहीं है। जद राज मिलदा सी ना, जंगीरां मिलदियां सी, कहंदे नहीं छड्डांगे सिੱਖੀ। हुण संखमरमर दी कोठियां कारां खड़ियां, कहंदे हुण नहीं रखी जांदी। सो साध संगत जी, भाई भागू कहंदा वजीर खां जिहड़े गुरु ने बाणी संसार ते लिआंदी है प्रगट कीती है, जे तू उन्हां दे चरनां च चले तेरे जन्मां जन्मां दे रोग कट्टे जाणगे। हुण भाई भागू वजीर खां लैके श्री अमृतसर साहिब आ गए। महाराज बैठे ने संगत तो सेवा करवा रहे ने। ये परिक्रमा च लिटिया होया वजीर खां। भाई भागू ने बेनती की, महाराज जहांगीर बादशाह दा वजीर है वजीर खां, इनू जलोदर दा रोग होया, दे पेट च पानी भरिया, किरपा करो तुहाडी शरण विच आया। ये बेनती कर रहा सी भाई भागू। बाबा बुढ़ा साहब मिट्टी की टोकरी भरी आउंदे सी सरोवर च। सिੱਖੀ दा रिकॉर्ड, सिੱਖੀ दा अवधि, सिੱਖੀ दी जिवें प्रकाश दी अवधि सूरज है ना, पानी दी अवधि समुंदर है, धीरज दी अवधि धरती है, सिੱਖੀ दी अवधि बाबा बुढ़ा साहब है। उन्हां वर्गी सिੱਖੀ नहीं कमा सकिया। अजकल गुरुद्वारे मगरों आउंदे ने ओहदा पहलां लभदे फिरदे। कोई अजे बनाया नहीं मैनू। मैंबर साहब ही बना दे, चलो मैंबर साहब। वो साहब तो गुरु ग्रंथ साहिब तो होर किहड़ा साहब बनन फिरदा इत्थे। इत्थे सेवक बन गया जिहड़ा सब तो वड्डा खिताब है। कोई नहीं कहंदा भांडे मांजन तो लड़ पिया, मैं भांडे मांज रहा सी मैनू मांजन नहीं दिंदा। कोई नहीं कहता इत्थे झाड़ू मारन तो मैनू हटाता किसी ने। कोई नहीं कहता मेरे तो ज़्यादा सिमरन करदा सी तां लड़ पे मेरे नाल। ना सेवा की लड़ाई है ना सिमरन की। काहदी है? बस चौधर दी है, होर काहदी है? घरां च भी यही डंडा खड़कदा, गुरुद्वारियां च ਉਹੀ सुखी है जिन्हें अपने आप ਨੂੰ सेवक खवा लिया भी मैं तो सेवादार हाँ, भला हो जाए, बस यही बड़ी गल है। बाबा बुढ़ा साहिब टोकरी चक्की आउंदे मिट्टी दी सरोवर विचों। पंजवें पातशाह मार ने इशारा करके आख्या बाबा बुढ़ा साहब आ टोकरी मारो इहदे पेट ते भरी हुई मिट्टी दी। बाबा बुढ़ा साहब ने पेट ते मारी टोकरी, सारा पानी पेट चों निकल गया, कंचन वर्गी देही हो गई। वो वजीर खां वक्त अखीर तक गुरु घर दा श्रद्धालु रहा है। वजीर सी नाले जहांगीर बादशाह दा ते गुरु घर दा श्रद्धालु रहा है। ज्यादा दुष्ट चौंकड़ी जाके जहांगीर बादशाह नूं उकसाउंदी सी ना गुरु घर तो उल्ट। मेहरवान दा पुत्र, पिरथी दा पुत्र मेहरवान, चंदू, अहमद सरहंदी, ये कई इकट्ठे होए सी दिल्ली। दुष्ट चौंकड़ी सदा कूड़ कमावे ना बूझे बिचारे। ये फिर वजीर खां कहंदा सी जहांगीर बादशाह ये वो घर है जिथे बाबर वर्गे नमस्कारां करते रहे ने जा। हमायूं बादशाह ने शरण लई जिते गुरु अंगद देव जी चरनां
तेरा प्यो अकबर गुरु अमरदास महाराज दे लंगर च बह के प्रसादा छकिया, उन्हें 12 पिंड लवाते 9 बीबी भानी दे। पर गुरु रामदास महाराज ने ओदी दित्ती जमीन च नगर नहीं वसाया, जगह खरीद के फिर नगर वसाया अमृतसर। भावें गढ़वाल दी राणी आनंदपुर साहिब वाली जगह सेवा च देना चाहुंदी सी, पर नौवें पातशाह ने खरीद के धरती फिर नगर वसाया। कल नूं इह तां हक कर देणगे भी आ साडे वड्डियां दी जमीन है, ना कराओ साडे, एडे दूर देश महाराज। ये फिर वक्ते अखीर तक वजीर खां गुरु घर दा श्रद्धालु रहा। जिन्हें भी सुनिया परमात्मा दा जस बाणी, वो दुखा पापां दा उहदा नाश हो गया, मुड़ के दुख देखना ही नहीं पिया। हुण समा नहीं आग्या दिंदा, आनंद साहिब दा पाठ करिए ते नीसियां च फिर अरदास हुक्मनामा साहिब सरवण करके सुखासन की सेवा हुंदियां तक आए गुरमुख महापुरुषां दा सन्मान, जां जिहड़े गुरु घर दे सेवा करन वाले सेवादार ने उन्हां दा सन्मान किया जाना है सरोपे नाल। थोड़े जे मिनट लगणगे। जे तां तुहाडा गुरु ग्रंथ साहिब नाल प्रेम है फिर तो कोई उठ के नहीं जाता। जिहड़ा एवें देखा दिखाई आ गया उसल वाटे च लैंदा है, वह भावें हुणे ही चले जाओ तां भी कोई गल नहीं है, उन्ना चਿਰ नहीं जाना। आपां सुनदे हां गुरु ग्रंथ साहिब की बेअदबी हो गई, उत्थे होई फलाणे तां साध संगत जी आपां रोज़ बेअदबी करदे हां, भोगां ते इकट्ठ बड़ा हुंदा है। वो श्रद्धांजलि वाले भावें 2 घंटे लगे रहन बैठे रहेंगे, जब देग वरतन लगती उठ के तुर जाते हैं, महाराज स्वरूप कल ही रह जाता है। ये बेअदबी नहीं है गुरु ग्रंथ साहिब की। वो तां करन लगे ने, उन्होंने देखा भी तो वेसले हो गए ने, हुण आप कर रहे हैं बेअदबी। जदों वाड़ टुट जाए ना डंगर उदों खेत च वड़दे। ये आपां वाड़ आप तोड़ी है, वेख लिया कलो कला ही बाबा ग्रंथी ते महाराज स्वरूप सब बाहर निकल के कप लैके खड़े होंदे ने, चाह दे सामने मार दे उत्थे। कौन बेअदबियां कर रहा हुण? आपां खुद जिम्मेवार हाँ साध संगत जी। ये तिन्ने लोगों का मालक है धन गुरु ग्रंथ साहिब महाराज। ये सत्कार वास्ते 5 मिनट बैठांगे तो महाराज दियां खुशियां मिलणगियां। साध संगत जी महाराज दे स्वरूप नूं निੱਘੀ विदायगी दे के फिर संगतां ने लंगर छक के फिर घरां नूं जाना। हुण सारे आनंद साहिब दे पाठ विच हाज़रियां लाओ। राम कली महला तीजा नंद एको ओंकार सतगुर प्रसाद। आनंद पिया मेरी माए सतगुरु में पाया। सब दूतां गावो हरि केरा मन जिनी वसाया। सतगुरु मैं हर नाल रहो तू मन मेरे दुख सब सारना। कह नानक मन मेरे सदा रहो हर नाले। सदा सिफत सलाह तेरी ना मन मिसावे। साचा नाम मेरा आधारो
ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਨਾਮ ਹਰਿ ਕੈ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ।